ਮੈਂ ਹਾਂ ਫਲਜਿੰਦਰ ਤੂੰ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਜਿੱਦਾਂ ਕਿ ਤੁਹਾਨੂੰ ਅਸੀਂ ਇਸ ਚੈਨਲ ਦੇ ਰਾਹੀਂ ਜੋ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਵੱਲੋਂ ਜੋ ਸੰਤ ਨਿਰਮਲ ਦਾਸ ਜੀ ਦੀ ਅਗਵਾਈ ਹੇਠ ਬੇਗਲ ਪਰਿਵਾਰ ਦੇ ਸਹਿਯੋਗ ਦੇ ਨਾਲ ਅੱਜ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਦੇ ਵਿਖੇ ਜੋ ਅੱਜ ਕੈਂਪ ਲਗਾਇਆ ਜਾ ਰਿਹਾ ਉਸ ਦੀ ਕਵਰੇਜ ਦੇ ਰਹੇ ਹਾਂ। ਇਸ ਦੌਰਾਨ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਮਾਜ ਦੇ ਨਾਲ ਮੋਢਾ ਲਾਉਣ ਵਾਲੇ, ਹਰ ਟਾਈਮ ਸਮਾਜ ਦੇ ਨਾਲ ਖੜਨ ਵਾਲੇ ਸਾਡੇ ਨਾਲ ਮੌਜੂਦ ਨੇ। ਮੈਡਮ ਨਾਰੀ ਸ਼ਕਤੀ ਫਾਊਂਡੇਸ਼ਨ ਤੋਂ ਮੈਡਮ ਸੰਤੋਸ਼ ਕੁਮਾਰੀ ਜੀ, ਬਹੁਤ ਬਹੁਤ ਸਵਾਗਤ ਹੈ ਮੈਡਮ ਜੀ ਤੁਹਾਡਾ ਫੈਨ ਅੰਬੇਡਕਰ ਟੀਵੀ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਵੈਲਕਮ ਜੀ ਤੁਹਾਡਾ। ਮੈਡਮ ਜੀ ਅੱਜ ਜਿੱਦਾਂ ਕਿ ਇਸ ਕੈਂਪ ਦੀ ਜੋ ਕਵਰੇਜ ਕੀਤੀ ਜਾ ਰਹੀ ਹੈ, ਕੈਂਪ ਦੌਰਾਨ ਦੇਖ ਰਹੇ ਹਾਂ ਕਿ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਏ ਹੋਏ ਆ, ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਸ ਤਰੀਕੇ ਕੈਂਪ ਚੱਲ ਰਿਹਾ ਹੈ? ਦੇਖੋ, ਸਾਡੇ ਵਾਸਤੇ ਤਾਂ ਇਹ ਕੋਈ ਨਵੀਂ ਚੀਜ਼ ਨਹੀਂ। 2002 ਤੋਂ ਕੈਂਪ ਲੱਗਦਾ ਆ ਰਿਹਾ, ਆਈ ਕੈਂਪ। ਹਰ ਸਾਲ ਦੇ 4 ਕੈਂਪ ਲੱਗਦੇ ਹਨ ਜਿਹੜੇ ਸੰਤ ਨਿਰਮਲ ਦਾਸ ਜੀ ਦੇ ਆਸ਼ੀਰਵਾਦ ਜੀ ਦੇ ਸਦਕਾ ਔਰ ਸਰਦਾਰ ਸੁੱਚਾ ਸਿੰਘ ਜੀ ਬੇਗਲ, ਬੀਬੀ ਅਮਰ ਕੌਰ ਬੇਗਲ ਪਰਿਵਾਰ ਦੇ ਵੱਲੋਂ ਇਹ ਲਗਾਏ ਜਾਂਦੇ ਹਨ। ਔਰ ਯੂਕੇ ਦੀਆਂ, ਅਮਰੀਕਾ ਦੀਆਂ, ਇਟਲੀ ਦੀਆਂ, ਆਸਟ੍ਰੇਲੀਆ ਦੀਆਂ ਸੰਗਤਾਂ ਵਿੱਚ ਸਹਿਯੋਗ ਕਰਦੀਆਂ ਹਨ ਔਰ ਕੈਨੇਡਾ ਦੀਆਂ ਸੰਗਤਾਂ ਵੀ ਸਹਿਯੋਗ ਕਰਦੀਆਂ ਹਨ ਔਰ NRI ਵੀਰਾਂ ਦਾ ਸਭ ਤੋਂ ਵੱਡਾ ਸਹਿਯੋਗ ਇਹਦੇ ਵਿੱਚ ਹੈਗਾ। ਅਤੇ ਉਹ ਜਿਹੜੀ ਪ੍ਰੇਰਨਾ ਉਹ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਦੀ ਆ। ਤਾਂ ਇਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਅੱਜ ਵੀ ਦੇਖ ਰਹੇ ਸੀ ਕਿ 1000 ਦੇ ਕਰੀਬ OPD ਹੋਈ ਆ, ਜਿਹਦੇ ਵਿੱਚੋਂ ਇਹਨਾਂ ਨੇ ਅੱਜ 400 ਦੇ ਕਰੀਬ ਸਿਲੈਕਟ ਕੀਤੇ ਹਨ ਪੇਸ਼ੈਂਟ। ਅਤੇ ਉਹਨਾਂ ਦੇ ਜਿਹੜੇ ਆਪਰੇਸ਼ਨ ਆ ਉਹ ਮਤਲਬ ਹੌਲੀ ਹੌਲੀ ਕਰਕੇ, ਜਿੱਦਾਂ ਸਰਕਾਰ ਦੀਆਂ ਹਦਾਇਤਾਂ ਹਨ ਉਹਦੇ ਮੁਤਾਬਕ ਇਹ ਕਰਨਗੇ। ਅਤੇ ਇਹ ਬੜਾ ਸ਼ਲਾਘਾਯੋਗ ਕਦਮ ਆ। ਮੇਰੀ ਨਜ਼ਰ ਦੇ ਵਿੱਚ ਤਾਂ ਇਹ ਆ ਕਿ ਜਿਹੜੀ ਗਰੀਬ ਦੀ ਸੇਵਾ ਆ, ਇਹ ਸਭ ਤੋਂ ਵੱਡੀ ਸੇਵਾ ਹੈ। ਗਰੀਬ ਦੀ ਸੇਵਾ ਤੋਂ ਵੱਡੀ ਸੇਵਾ ਹੀ ਕੋਈ ਨਹੀਂ ਹੈਗਾ, ਕਿਉਂਕਿ ਗਰੀਬ ਜਿਹੜਾ ਆ ਦਿਹਾੜੀਦਾਰ ਆ, ਕੰਮ ਆ, ਕਿਰਤੀ ਮਜ਼ਦੂਰ ਆ, ਉਹਦੀ ਜਿਹੜੀ ਜ਼ਿੰਦਗੀ ਆ ਸਾਡੇ ਦੇਸ਼ ਵਿੱਚ, ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਜਿਹੜੀ ਇਨਸਾਨ ਦੀ ਜਿਹੜੀ ਵੈਲਿਊ ਆ ਉਹ ਸਰਕਾਰਾਂ ਨੇ ਇੱਕ ਕਿਸਮ ਦੀ ਖਤਮ ਹੀ ਕਰ ਦਿੱਤੀ ਆ। ਅਤੇ ਜਿਹਨੂੰ ਹੈਲਪ ਕਰਨ ਵਾਸਤੇ ਜਾਂ ਤਾਂ ਸਾਡੇ ਜਿਹੜੇ NRI ਵੀਰ ਨੇ ਉਹ ਸਹਿਯੋਗ ਕਰਦੇ ਹਨ ਔਰ ਜੋ ਸਾਡੇ ਸੰਤ ਮਹਾਂਪੁਰਖ ਹਨ ਅਤੇ ਜਿਹੜੇ ਜਿਨ੍ਹਾਂ ਦੇ ਨਾਲ ਗਰੀਬ ਸੰਗਤ ਜੁੜੀ ਹੋਈ ਆ, ਤਾਂ ਉਹ ਮਹਾਂਪੁਰਸ਼ਾਂ ਦੀ ਪ੍ਰੇਰਨਾ ਦੇ ਸਦਕਾ NRI ਵੀਰ ਜਿਹੜੇ ਪ੍ਰੇਰਿਤ ਹੋ ਕੇ ਉੱਧਰੋਂ ਆਪਣੇ ਦਸਵੰਧ ਕੱਢਦੇ ਨੇ। ਅਤੇ ਇਹ ਜਿਹੜੀ ਦਸਵੰਧ ਕੱਢਣੀ ਹੈ ਗੁਰੂਆਂ ਨੇ ਚਾਲੂ ਕੀਤੀ ਹੋਈ ਆ ਕਿ ਉਹ ਜਿਹੜੀ ਆਪਣੀ ਕਿਰਤ ਕਮਾਈ ਦਸਵੰਧ ਕੱਢ ਕੇ ਕਿਸੇ ਗਰੀਬ ਦੇ ਲਾਣੀ ਆ, ਇਹ ਪਰਮ ਪਿਤਾ ਪਰਮਾਤਮਾ ਤੁਹਾਡੇ 'ਤੇ ਆਸ਼ੀਰਵਾਦ ਕਰਦਾ। ਅਤੇ ਮੇਰੀ ਸਮਝ ਦੇ ਹਿਸਾਬ ਨਾਲ ਇਹ ਜਿਹੜਾ ਕੰਮ ਆ, ਇਸ ਤੋਂ ਵੱਡਾ ਕੋਈ ਕੰਮ ਨਹੀਂ ਕਹਿੰਦੇ, ਕਿਉਂਕਿ ਕਹਿੰਦੇ ਨੇ ਕਿ ਦੰਦ ਗਿਆ, ਸਵਾਦ ਗਿਆ, ਅੱਖਾਂ ਗਈਆਂ, ਜਹਾਨ ਗਿਆ। ਤਾਂ ਜਿਹਦੀਆਂ ਨਜ਼ਰਾਂ ਨਹੀਂ ਹਨ, ਕਿਸੇ ਨੇ ਇੱਕ ਦਿਨ ਤੁਹਾਡੀ ਅੱਖ ਖਰਾਬ ਹੋ ਜਾਏ ਨਾ, ਕੋਈ ਅੱਖ 'ਚ ਕੋਈ ਮਿੱਟੀ ਵੀ ਪੈ ਜਾਏ, ਅੱਖ ਬੰਦ ਹੋ ਜਾਏ, ਤਾਂ ਤੁਸੀਂ ਤੜਫ ਜਾਂਦੇ ਆ। ਅਤੇ ਜਿਨ੍ਹਾਂ ਲੋਕਾਂ ਨੂੰ ਨਜ਼ਰ ਹੀ ਨਹੀਂ ਆਉਂਦਾ, ਔਰ ਕਈ ਇਹੋ ਜਿਹੇ ਪੇਸ਼ੈਂਟ ਇੱਥੇ ਆਏ ਨੇ ਜਿਨ੍ਹਾਂ ਨੂੰ 10-10 ਸਾਲ ਤੋਂ ਨਜ਼ਰ ਹੀ ਨਹੀਂ ਆਉਂਦਾ, ਬਿਲਕੁਲ ਬਲਾਈਂਡ ਆਏ ਨੇ, ਜਿਨ੍ਹਾਂ ਦੀਆਂ ਇੱਕ ਅੱਖ ਨੂੰ ਠੀਕ ਕੀਤਾ ਗਿਆ। ਔਰ ਇਹ ਬਹੁਤ ਵੱਡਾ ਪਰਉਪਕਾਰ ਦਾ ਕੰਮ ਜੀ। ਔਰ ਦੇਖਿਆ ਜਾਵੇ ਤਾਂ ਤੁਸੀਂ ਜਿਸ ਤਰੀਕੇ ਕੀ ਇੱਕ ਸਮਾਜਿਕ ਸੰਗਠਨ ਚਲਾ ਰਹੇ ਹੋ ਨਾਰੀ ਸ਼ਕਤੀ ਫਾਊਂਡੇਸ਼ਨ ਵੱਲੋਂ, ਅਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਕੈਂਪ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਗੱਲ ਕਰੂੰਗਾ ਮੈਂ ਕੈਂਪ ਦੀ ਐਡ ਦੀ, ਕਿ ਜੋ ਜਿਸ ਜਗ੍ਹਾ ਵੀ ਪੋਸਟਰ ਲੱਗੇ ਹੋਏ ਆ ਜਾਂ ਮੀਡੀਆ ਦੇ ਵਿੱਚ ਐਡ ਕੀਤੀ ਗਈ ਆ ਜਾਂ ਸੋਸ਼ਲ ਮੀਡੀਆ 'ਤੇ ਜੋ ਵਾਇਰਲ ਕੀਤਾ ਗਿਆ, ਅਤੇ ਸਿਰਫ ਇਹਨੂੰ ਇੱਕ ਆਈ ਕੈਂਪ ਦਾ ਰੂਪ ਦਿੱਤਾ ਗਿਆ ਸੀ। ਔਰ ਇਸ ਦੌਰਾਨ ਜੋ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਗਈ ਔਰ ਬਾਬਾ ਜੀ ਨੇ ਵੀ ਦੱਸਿਆ ਕਿ ਇਸ ਦੌਰਾਨ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਆਏ, ਜਿੱਦਾਂ ਕਿਸੇ ਨੂੰ ਕੋਈ ਗੋਡਿਆਂ ਦਾ ਦਰਦ ਸੀ, ਕਿਸੇ ਨੂੰ ਕਮਰ ਦਾ, ਕਿਸ ਤਰੀਕੇ ਹੈਂਡਲ ਕੀਤਾ, ਕਿਉਂਕਿ ਤੁਸੀਂ ਇਸ ਜਗ੍ਹਾ ਬਹੁਤ ਅਹਿਮ ਰੋਲ ਨਿਭਾ ਰਹੇ ਹੋ। ਬਲਜਿੰਦਰ ਜੀ, ਇਸ ਤਰ੍ਹਾਂ ਆ, ਮੈਂ ਫੈਨ ਅੰਬੇਡਕਰ ਟੀਵੀ ਦੇ ਮਾਧਿਅਮ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਨਾ ਕਹਿੰਦੇ ਇੱਕ ਬੰਦਾ ਨਾ ਸ਼ੁਰੂਆਤ ਕਰਨੀ ਔਖੀ ਆ। ਜਦੋਂ ਸ਼ੁਰੂਆਤ ਹੁੰਦੀ ਨਾ ਕਿਸੇ ਕੰਮ ਦੀ, ਤਾਂ ਉਹਦੇ 'ਚ ਸਹਿਯੋਗੀ ਫਿਰ ਬਹੁਤ ਜੁੜ ਜਾਂਦੇ ਨੇ। ਜਿਸ ਤਰ੍ਹਾਂ ਆਈ ਕੈਂਪ ਦਾ ਪਤਾ ਲੱਗਾ, ਕਿਉਂਕਿ COVID-19 ਚੱਲ ਰਿਹਾ ਸੀਗਾ। COVID-19 ਦੇ ਕਾਰਨ ਲਾਕਡਾਊਨ ਦੇ ਵਿੱਚ ਲੋਕ ਅੱਖਾਂ ਚੈੱਕ ਨਹੀਂ ਕਰਾ ਸਕੇ ਔਰ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟ ਵੀ ਸੀ ਜਿਹੜੀਆਂ ਜਨਰਲ ਬਿਮਾਰੀਆਂ ਵੀ ਚੈੱਕ ਨਹੀਂ ਕਰਵਾ ਸੀ, ਕਿਉਂਕਿ ਤਕਰੀਬਨ ਪ੍ਰਾਈਵੇਟ ਹਸਪਤਾਲ ਬੰਦ ਸੀ ਅਤੇ ਸਰਕਾਰੀ ਹਸਪਤਾਲ ਵਿੱਚ ਐਂਟਰੀ ਨਹੀਂ ਸੀਗੀ। ਉੱਥੇ ਸਿਰਫ ਕਰੋਨਾ ਪੇਸ਼ੈਂਟ ਹੀ ਜਾਂਦੇ, ਪੇਸ਼ੈਂਟ ਡਰਦੇ ਜਾਂਦੇ ਵੀ ਨਹੀਂ ਸੀ। ਤਾਂ ਜਦੋਂ ਪਤਾ ਲੱਗਾ ਨਾ ਸੰਗਤ ਨੂੰ, ਔਰ ਬਾਬਾ ਜੀ ਨੇ ਵੀ ਇੱਕਦਮ ਡਿਸੀਜ਼ਨ ਲਿਆ ਕਿ ਕਿਉਂਕਿ ਟੀਮਾਂ ਬਾਹਰਲੀਆਂ ਜੁੜ ਗਈਆਂ ਸਾਡੇ ਕੋਲ, ਜਿੱਦਾਂ ਡੈਂਟਲ ਡਿਪਾਰਟਮੈਂਟ ਸੀਗਾ, ਤਾਂ ਬਾਬਾ ਜੀ ਨੇ ਕਿਹਾ ਕਿਉਂ ਨਹੀਂ ਆਪਾਂ ਡੈਂਟਲ ਦਾ ਵੀ ਚੈੱਕਅਪ ਕਰ ਲੈਂਦੇ, ਕਿਉਂਕਿ ਲੋਕ ਚੈੱਕ ਕਰਾ ਹੀ ਨਹੀਂ ਸਕਦੇ, ਕਿਉਂਕਿ ਡੈਂਟਲ ਦਾ ਜਿਹੜਾ ਸੀਗਾ ਤੁਹਾਨੂੰ ਪਤਾ ਕਿੰਨਾ ਸੈਂਸਿਟਿਵ ਜਿਹਾ ਹੈਗਾ ਆ, ਅਤੇ COVID-19 ਵਿੱਚ ਡੈਂਟਲ ਦੇ ਚੈੱਕ ਹੀ ਨਹੀਂ ਹੋਏ, ਤਾਂ ਫਿਰ ਡੈਂਟਲ ਦਾ ਵੀ ਨਾਲ ਹੀ ਚੈੱਕ ਕਰਤਾ। ਫਿਰ ਫਿਜ਼ੀਓਥੈਰੇਪੀ ਡਿਪਾਰਟਮੈਂਟ ਸਾਡਾ ਆਪਣਾ ਚੱਲਦਾ ਹਸਪਤਾਲ, ਅਤੇ ਉਹ ਫਿਜ਼ੀਓਥੈਰੇਪੀ ਵਾਲੇ ਵੀ ਹੋ ਗਏ। ਉਸ ਤੋਂ ਸਾਡੇ ਨਾਲ ਟੀਮ ਜੁੜ ਗਈ ਜਨਤਕ ਹਸਪਤਾਲ ਤੋਂ, ਜਨਤਾ ਹਸਪਤਾਲ ਦੇ ਡਾਕਟਰ ਗੁਰਮੇਜ ਸਿੰਘ ਗਿੱਲ ਜੀ, ਔਰ ਅਤੇ ਉਹਨਾਂ ਦੇ ਨਾਲ ਸਾਡੇ ਕੋਲ ਡਾਕਟਰ ਬੜੇ ਪਿਆਰ ਬਣਾਏ, ਡਾਕਟਰ ਰਾਜ ਕੁਮਾਰ ਟਾਂਡੇ ਤੋਂ ਨੇ, ਰਾਜ ਹਸਪਤਾਲ ਤੋਂ, ਉਹ ਵੀ ਜੁੜ ਗਏ। ਅਤੇ ਉਹਨਾਂ ਨੇ ਮੈਡੀਸਨ ਦਾ ਵੀ ਨਾਲ ਕਰ ਲਿਆ, ਨਾਲ ਔਰਥੋ ਦੇ ਡਾਕਟਰ ਜੁੜ ਗਏ। ਤਾਂ ਉਹ ਬੜਾ ਵੱਡਾ ਇੱਕ ਪਰਉਪਕਾਰ ਦਾ ਕੰਮ ਹੋ ਗਿਆ। ਅਤੇ ਬਾਬਾ ਜੀ ਨੇ ਕਿਹਾ ਕਿ ਇਹਨਾਂ ਵਾਸਤੇ ਇੱਕ ਮੈਡੀਸਨ ਆ, ਕਿਉਂਕਿ ਜਦੋਂ ਕਹਿੰਦੇ ਜਿਹੜਾ ਬੰਦਾ ਇੱਕ
ਚੈਰਿਟੀ ਕਰਨ ਨਹੀਂ ਲੱਗ ਗਿਆ, ਉਹ ਕਹਿੰਦੇ 10-20 ਹਜ਼ਾਰ ਅੱਗੇ ਪਿੱਛੇ ਕੀ ਫਰਕ ਪੈਂਦਾ। ਤੇ ਬਾਬਾ ਜੀ ਵੈਸੇ ਵੀ ਦਿਲ ਦਰਿਆ ਹਨ, ਤੇ ਉਹਨਾਂ ਨੇ ਕਿਹਾ ਵੀ ਜਿੰਨੀ ਮੈਡੀਸਨ ਹੈਗੀ ਆ ਉਹ ਵੀ ਚੈੱਕ ਕਰੋ ਔਰ ਉਹਨਾਂ ਨੂੰ ਮੈਡੀਸਨ ਦਿੱਤੀ ਜਾਵੇ। ਵੈਸੇ ਸਾਡਾ ਇਹ ਨਰੋਲ ਹੁੰਦਾ ਆਈਸ ਦਾ ਹੀ ਆ, ਪਰ ਪਹਿਲੀ ਵਾਰੀ ਕੋਵਿਡ-19 ਕਰਕੇ ਪਹਿਲੀ ਵਾਰੀ ਇਹ ਸਾਡਾ ਜਿਹੜਾ ਕੈਂਪ ਆ ਇਹ ਜਨਰਲ ਹੋਇਆ ਹੈਗਾ ਆ। ਤੇ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੇ ਪੇਸ਼ੈਂਟ ਸਾਡੇ ਨਹੀਂ ਚੈੱਕ ਕਰਾ ਸਕਦੇ ਸੀ, ਜਿਹੜੇ ਦੰਦ ਨਹੀਂ ਚੈੱਕ ਕਰਾ ਸਕਦੇ ਸੀ, ਜਾਂ ਗੋਡਿਆਂ ਦੀਆਂ ਬਿਮਾਰੀਆਂ ਨਹੀਂ ਚੈੱਕ ਕਰਾ ਸਕਦੇ ਸਨ, ਜਾਂ ਕੋਈ ਜਿਹਨੂੰ ਹੋਰ ਪ੍ਰੋਬਲਮ ਸੀਆਂ, ਤਾਂ ਟੈਸਟ ਵੀ ਹੋ ਰਹੇ ਨੇ। ਸਾਡੇ ਕੋਲ ਲੈਬੋਰਟਰੀ ਟੈਕਨੀਸ਼ੀਅਨ ਵੀ ਸੇਵਾ ਤੇ ਲੋਕ ਆਏ ਨੇ, ਅੱਗੇ ਸਾਨੂੰ ਹਾਇਰ ਕਰਨੇ ਪੈਂਦੇ ਸੀ, ਪਰ ਇਸ ਵਾਰੀ ਜਿੱਦੇ ਦਾ ਪਤਾ ਲੱਗਾ ਸਾਡੇ ਕੋਲ ਡਾਕਟਰ ਉਦੇ ਗੌਤਮ ਜੀ ਇੱਥੋਂ ਚੂੜਵਾਲੀ ਤੋਂ ਆਏ, ਉਹ ਇੱਕ ਟੈਕਨੀਸ਼ੀਅਨ ਦੀ ਟੀਮ, ਲੈਬੋਰਟਰੀ ਟੈਕਨੀਸ਼ੀਅਨ ਟੀਮ ਲੈ ਕੇ ਆਏ, ਔਰ ਡਾਕਟਰ ਰਾਜ ਕੁਮਾਰ ਜੋ ਟਾਂਡੇ ਵਾਲੇ ਉਹ ਵੀ ਆਪਣੇ ਨਾਲ ਲੈਬੋਰਟਰੀ ਟੈਕਨੀਸ਼ੀਅਨ ਟੀਮ ਲੈ ਕੇ ਆਇਆ। ਤਾਂ ਇਸ ਵਾਰੀ ਤਾਂ ਮਤਲਬ ਸਮਝ ਨਹੀਂ ਆਈ ਕਿ ਲੋਕ ਇੱਦਾਂ ਚੈਰਿਟੀ ਜੁੜ ਗਏ ਕਿ ਸਾਨੂੰ ਵੀ ਸੇਵਾ ਦਿਓ, ਸਾਨੂੰ ਵੀ ਸੇਵਾ ਦਿਓ। ਜੀ, ਤੁਹਾਨੂੰ ਨਹੀਂ ਲੱਗਦਾ ਕਿ ਕਰੋਨਾ ਮਹਾਮਾਰੀ ਦੌਰਾਨ ਜੋ ਲੋਕ ਇੱਕ ਦੂਸਰੇ ਤੋਂ ਕਾਫੀ ਦੂਰੀ ਬਣਾ ਰਹੇ ਸੀ, ਪਰ ਅੱਜ ਇਸ ਜਗ੍ਹਾ ਤੇ ਕਰੋਨਾ ਟੈਸਟ ਵੀ ਕੀਤਾ ਗਿਆ, ਤਾਂ ਇਹ ਤੁਹਾਨੂੰ ਨਹੀਂ ਕਿਤੇ ਨਾ ਕਿਤੇ ਕੋਈ ਡਰ ਨਹੀਂ ਲੱਗਿਆ ਕਿ ਕੋਈ ਪੇਸ਼ੈਂਟ ਕਰੋਨਾ ਦਾ ਵਿੱਚ ਆ ਜਾਏ ਜਾਂ ਕੁਝ? ਦੇਖੋ ਫਰਜਿੰਦਰ ਜੀ, ਅਸੀਂ ਤੁਸੀਂ ਦੇਖਿਆ ਹੋਣਾ ਜਦੋਂ ਲਾਕਡਾਊਨ ਲੱਗਿਆ ਨਾ, ਤੇ 22 ਮਾਰਚ ਨੂੰ ਲਾਕਡਾਊਨ ਲੱਗਿਆ, ਤੇ 26 ਮਾਰਚ ਨੂੰ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਤਾ ਸੀਗਾ, ਤੇ ਸਭ ਤੋਂ ਜ਼ਿਆਦਾ ਰਾਸ਼ਨ 4 ਮਹੀਨੇ ਅਸੀਂ ਰਾਸ਼ਨ ਵੰਡਦੇ ਰਹੇ, 3 ਤੋਂ 4 ਜਦ ਤੱਕ ਲਾਕਡਾਊਨ ਲੱਗਾ ਰਿਹਾ, ਔਰ ਉਹਦੇ ਵਿੱਚ ਅਸੀਂ ਪ੍ਰੋਪਰ ਜਿਹੜਾ ਸੀ ਮਾਸਕ ਪਾ ਕੇ ਔਰ ਸੈਨੀਟਾਈਜ਼ ਕਰਕੇ, ਸੈਨੀਟਾਈਜ਼ਰ ਸਾਡੇ ਨਾਲ ਮਸ਼ੀਨਾਂ ਜਾਂਦੀਆਂ ਸਨ, ਈਵਨ ਜਿਹੜਾ ਰਾਸ਼ਨ ਹੁੰਦਾ ਸੀ ਅਸੀਂ ਉਹਨੂੰ ਵੀ ਸੈਨੀਟਾਈਜ਼ ਕਰਦੇ ਸੀ, ਜਿਹੜੀਆਂ ਗੱਡੀਆਂ ਜਾਂਦੀਆਂ ਸੀ ਉਹ ਵੀ ਸੈਨੀਟਾਈਜ਼ ਕਰਦੇ ਸੀ, ਤੇ ਜਿੱਥੇ ਜਾ ਕੇ ਰਾਸ਼ਨ ਵੰਡੀਦਾ ਸੀ ਉਸ ਏਰੀਏ ਨੂੰ ਸੈਨੀਟਾਈਜ਼ ਕਰਨਾ, ਫਿਰ ਉਹਨਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਦੇਣਾ ਉਹਨੂੰ ਸੈਨੀਟਾਈਜ਼ ਕਰਦੇ ਸੀ। ਅੱਜ ਇਸੇ ਤਰ੍ਹਾਂ ਬਿਲਕੁਲ ਐਂਟਰੈਂਸ ਤੇ ਹੀ ਅਸੀਂ ਮਸ਼ੀਨਾਂ ਲਾਤੀਆਂ ਕਿ ਹਰ ਜਿਹੜਾ ਪੇਸ਼ੈਂਟ ਕੋਈ ਵੀ ਆ ਰਿਹਾ, ਸ਼ਰਧਾਲੂ ਆ ਰਿਹਾ, ਜਿਹੜਾ ਸੰਗਤ ਆ ਰਹੀ ਆ, ਉਹਨੂੰ ਅੰਦਰ ਐਂਟਰੀ ਸੈਨੀਟਾਈਜ਼ ਕਰਨ ਤੋਂ ਬਾਅਦ ਦਿੱਤੀ ਆ। ਹਰ ਇੱਕ ਨੂੰ ਸੈਨੀਟਾਈਜ਼ ਕੀਤਾ, ਜਿਹਨੂੰ ਕੋਈ ਮਾਸਕ ਦਿੱਤੇ, ਔਰ ਤੁਸੀਂ ਦੇਖਿਆ ਡਾਕਟਰ ਜਿਹੜੇ ਸਾਡੀ ਟੀਮ ਨੇ ਪੀਪੀ ਕਿੱਟਾਂ ਪਾਈਆਂ ਹੋਈਆਂ ਨੇ, ਸਭ ਦਾ ਮਤਲਬ ਪ੍ਰੋਪਰ ਸਿਸਟਮ ਦੇ ਨਾਲ, ਕਿਉਂਕਿ ਜਿਹੜੀ ਕਰੋਨਾ ਟੈਸਟ ਹੈ ਇਹ ਸਾਡੀ ਸਿਵਲ ਹਸਪੀਟਲ ਤੋਂ ਟੀਮ ਆਈ ਆ, ਕਿਉਂਕਿ ਸਰਕਾਰ ਦੀਆਂ ਹੈਲਥ ਡਿਪਾਰਟਮੈਂਟ ਜਿਹੜੀਆਂ ਇਨਸਟਰਕਸ਼ਨਸ ਆਈਆਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਖੁਦਾ ਦਾ ਖਾਸਤਾ ਇਹੋ ਜਿਹਾ ਪੇਸ਼ੈਂਟ ਆ ਜਾਏ ਤੇ ਸਾਰਿਆਂ ਨੂੰ ਪ੍ਰੋਬਲਮ ਆ ਸਕਦੀ ਆ। ਤਾਂ ਇਸ ਤੋਂ ਇਲਾਵਾ ਜਦੋਂ ਅਸੀਂ ਹੁਣ ਆਪਰੇਟ ਕਰਨੇ ਆ ਕੱਲ ਨੂੰ, ਤੇ ਆਪਰੇਟ ਕਰਨ ਤੋਂ ਪਹਿਲਾਂ ਸਭ ਦਾ ਕਰੋਨਾ ਟੈਸਟ ਹੋਏਗਾ, ਜਿਹੜਾ ਪੋਜ਼ਿਟਿਵ ਪਾਇਆ ਜਾਏਗਾ ਉਹਨੂੰ ਸਿਵਲ ਹਸਪੀਟਲ ਰੈਫਰ ਕੀਤਾ ਜਾਏਗਾ ਔਰ ਉਹਦਾ ਆਪਰੇਟ ਨਹੀਂ ਕੀਤਾ ਜਾਏਗਾ। ਤੇ ਡਰਨ ਵਾਲੀ ਗੱਲ ਨਹੀਂ, ਜਦੋਂ ਤੁਸੀਂ ਕਹਿੰਦੇ ਪਰਮਾਤਮਾ ਦੀ ਰਜ਼ਾ 'ਚ ਰਹਿ ਕੇ, ਕਿਉਂਕਿ 20 ਤਰੀਕ ਨੂੰ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ। ਅੱਜ ਸਵੇਰੇ ਪਹਿਲਾਂ ਉਹਨਾਂ ਦਾ ਓਟ ਆਸਰਾ ਲਿਆ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕੀਰਤਨ ਕੀਤਾ ਗਿਆ। ਤਾਂ ਜਦੋਂ ਕਹਿੰਦੇ ਤੁਸੀਂ ਆਪਣੇ ਪਿਤਾ ਦੀ ਰਜ਼ਾ 'ਚ ਉਹਦੀ ਹਾਜ਼ਰੀ 'ਚ ਹਾਜ਼ਰ ਮੰਨ ਕੇ ਚੱਲਦੇ ਹੋ ਤੇ ਸਾਡੇ ਸਾਰੇ ਕਾਰਜ ਸਹੀ ਹੋ ਜਾਂਦੇ ਨੇ, ਕਿਉਂਕਿ ਉਹ ਸਾਡਾ ਸਭ ਤੋਂ ਵੱਡਾ ਰਾਸ਼ਟਰਪਤੀ ਸਾਡਾ ਪਰਮਾਤਮਾ ਬੈਠਾ ਆ, ਤੇ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਸਾਰਾ ਕਾਰਜ ਹੋ ਰਿਹਾ। ਕਿਉਂਕਿ 2002 ਤੋਂ ਚੱਲਦੇ ਕੈਂਪ ਕਦੇ ਵੀ ਕੋਈ ਜਿਹਾ ਵਿਘਨ ਨਹੀਂ ਪਿਆ, ਬਿਲਕੁਲ ਸਹੀ ਸਲਾਮਤ ਹਰ ਕੈਂਪ ਵਿੱਚ ਆਪਰੇਸ਼ਨ ਹੋਇਆ ਜੀ। ਅਗਰ ਦੇਖੀਏ ਮੈਡਮ, ਦੇਖਿਆ ਜਾ ਰਿਹਾ ਕਿ ਸਰਕਾਰ ਨੂੰ ਜੋ ਕੰਮ ਕਰਨੇ ਪੈ ਰਹੇ ਆ ਉਹ ਜਥੇਬੰਦੀਆਂ ਜਾਂ ਸੰਤ ਸਮਾਜ ਵੱਲੋਂ ਕੀਤੇ ਜਾ ਰਹੇ, ਜਿਸ ਦੇ ਵਿੱਚ ਇੱਕ ਅਹਿਮ ਰੋਲ ਤੁਹਾਡਾ ਵੀ ਆ। ਕੀ ਲੱਗਦਾ ਕਿ ਇਹ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਆ? ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ, ਪੜ੍ਹਾਈ ਬਹੁਤ ਮਹਿੰਗੀ ਹੋ ਚੁੱਕੀ ਆ, ਮੈਡੀਕਲ ਸਹੂਲਤਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ, ਔਰ ਇਸ ਨੂੰ ਜੋ ਸੰਤ ਸਮਾਜ ਨੂੰ ਦੇਖਿਆ ਜਾਵੇ ਤਾਂ ਬਾਬਾ ਜੀ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ, ਹਸਪੀਟਲ ਬਣਾਇਆ ਗਿਆ, ਔਰ ਪੜ੍ਹਾਈ ਨੂੰ ਦੇਖਦੇ ਹੋਏ ਬੱਚਿਆਂ ਦੇ ਲਈ ਸਕੂਲ ਖੋਲ੍ਹਿਆ ਗਿਆ CBSE, ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੈਸੇ ਤਾਂ ਸਾਡੀਆਂ ਨਲਾਇਕੀਆਂ ਸਰਕਾਰਾਂ ਦੀਆਂ ਹਨ। ਤੁਸੀਂ ਬਾਹਰਲੇ ਦੇਸ਼ਾਂ ਚਲ ਜਾਓ ਕਿ ਡੇ ਫਸਟ ਜਦੋਂ ਬੱਚਾ ਬਾਹਰ ਹੁੰਦਾ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਦੀ ਪਰਵਰਿਸ਼ ਕਰਕੇ, ਉਹਦੀ ਡਾਈਟ, ਉਹਦੀ ਸਟੱਡੀ, ਹੈਲਥ ਦਾ ਸਾਰਾ ਕੁਝ ਸਰਕਾਰਾਂ ਕਰਦੇ। ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਹਨ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਲੋਕਾਂ ਨੂੰ ਇਨਸਾਨ ਦੀ ਵੈਲਿਊ, ਹਿਊਮਨ ਬੀਇੰਗਸ ਦੀ ਵੈਲਿਊ ਨਹੀਂ ਜਾਣਦੇ। ਮੈਂ ਕਈ ਵਾਰ ਸੋਚਦੀ ਨਹੀਂ ਕਿ ਜਿਹੜੇ ਅਨਪੜ੍ਹ ਬੰਦੇ ਆ, ਜਿਨ੍ਹਾਂ ਨੇ ਕਦੇ ਦੇਖੇ ਹੀ ਨਹੀਂ, ਉਹ ਜਾ ਕੇ MP ਬਣ ਕੇ ਬਹਿ ਜਾਂਦੇ ਨੇ ਜਾਂ MLA ਬਣ ਜਾਂਦੇ ਨੇ ਜਾਂ ਵੱਡੀਆਂ ਜਿਹੜੇ ਤੁਹਾਡੇ 'ਤੇ ਰਾਜ ਕਰਦੇ ਨੇ, ਤਾਂ ਉਹਨਾਂ ਲੋਕਾਂ ਨੂੰ ਕੀ ਪਤਾ ਐਜੂਕੇਸ਼ਨ ਕੀ ਹੁੰਦੀ ਆ, ਇਨਸਾਨ ਦੀ ਜਿਹੜੀ ਪ੍ਰੋਬਲਮ ਆ ਕੀ ਹੈਗੀ ਆ। ਇਸ ਕੰਮ ਸਰਕਾਰਾਂ ਦੇ ਹਨ, ਪਰ ਜਦੋਂ ਸਰਕਾਰਾਂ ਨਹੀਂ ਕਰਦੀਆਂ, ਕਿਤੇ ਨਾ ਕਿਤੇ ਸਾਡੇ ਲੋਕ ਬੜੇ ਦੁਖੀ ਹੁੰਦੇ ਹਨ। ਤਾਂ ਫਿਰ ਇਹ ਜਿਹੜੀ ਜਥੇਬੰਦੀਆਂ, ਸੰਤ ਮਹਾਂਪੁਰਸ਼ ਆ, ਕਿਉਂਕਿ ਸੰਤ ਦਾ ਤਾਂ ਕਹਿੰਦਾ ਕੋਈ ਮਰ ਕੇ ਹੀ ਬਣਦਾ, ਉਹਦਾ ਆਪਣਾ ਕੁਛ ਨਹੀਂ ਹੁੰਦਾ, ਇਹ ਸੰਗਤ ਹੀ ਉਹਦੀ ਸਾਰੀ ਕਹਿ ਲਓ ਖੇਤੀ ਹੁੰਦੀ ਆ, ਸੰਗਤ ਪ੍ਰਾਣ ਆ ਮਹਾਂਪੁਰਸ਼ਾਂ ਦੀ। ਤਾਂ ਇਹ ਫਿਰ ਇਹਨਾਂ ਦੇ ਦਰਵਾਜ਼ੇ 'ਤੇ ਆਉਂਦੇ ਨੇ, ਇਹਨਾਂ ਕੋਲੋਂ ਦਰਦ ਨਹੀਂ ਦੇਖੇ ਜਾਂਦੇ, ਇਹ ਫਿਰ ਅੱਗੇ ਆਪਣਾ ਹੱਥ ਇਹਨਾਂ ਨਾਲ ਫਿਰ ਬਾਹਰਲੀਆਂ ਸੰਸਥਾਵਾਂ, ਜਿਹੜੇ ਲੋਕ ਸਾਡੇ NRI ਵੀਰ ਆਪਣੀ ਗਰਾਊਂਡ ਨਾਲ ਜੁੜੇ ਹੋਏ ਬਾਹਰ ਦੇਸ਼ਾਂ 'ਚ ਬੈਠੇ ਨੇ, ਉਹ ਆਪਣੇ ਲੋਕਾਂ ਨੂੰ ਭੁੱਲੇ ਨਹੀਂ, ਕਿਉਂਕਿ ਗਰੀਬੀ 'ਚ ਉੱਠ ਕੇ ਗਏ ਹੋਏ ਹਨ, ਤਾਂ ਗਰੀਬ ਦੀ ਜਿਹੜਾ ਦਰਦ ਆ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਤਾਂ ਇਹ ਜਿਹੜੀਆਂ ਸਰਕਾਰਾਂ ਨੇ ਨਲਾਇਕੀਆਂ ਹੈਗੀਆਂ, ਸਰਕਾਰਾਂ ਨੂੰ ਕਰਨੇ ਚਾਹੀਦੇ ਆ, ਨਾ ਕਰਦੇ ਕਿ ਸਹਿਯੋਗ ਵੀ ਨਹੀਂ ਕਰਦੇ। ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ, ਜਿਹੜੀਆਂ ਜਥੇਬੰਦੀਆਂ ਜਿਹੇ ਕੰਮ ਕਰਦੀਆਂ ਉਹਨਾਂ ਨੂੰ ਫੰਡਿੰਗ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਕੋਲ ਫੰਡ ਪਏ ਨੇ। ਤੇ ਇਸ
ਇਸੇ ਤਰ੍ਹਾਂ ਜਿੱਦਾਂ ਸਾਡਾ ਹੈਲਥ ਦਾ ਬਹੁਤ ਬੁਰਾ ਹਾਲ ਹੈ, ਇਸੇ ਤਰ੍ਹਾਂ ਐਜੂਕੇਸ਼ਨ ਦਾ ਬਹੁਤ ਬੁਰਾ ਹਾਲ ਆ। ਸਰਕਾਰੀ ਬਿਲਡਿੰਗਾਂ ਹੈ ਨਹੀਂ, ਸਰਕਾਰੀ ਬਿਲਡਿੰਗਾਂ ਫੈਸਿਲਿਟੀਆਂ ਹੈ ਨਹੀਂ, ਟੀਚਰਸ ਹੈ ਨਹੀਂ, 100 200 ਬੱਚੇ ਦੇ ਪਿੱਛੇ ਇੱਕ ਟੀਚਰ ਹੈਗੇ ਨੇ, ਜਦੋਂ ਕਿ ਗਵਰਨਮੈਂਟ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਨੋਰਮਸ ਹਨ ਉਹ 30 ਸਟੂਡੈਂਟ ਦੇ ਪਿੱਛੇ ਇੱਕ ਉਹ ਟੀਚਰ ਸਾਨੂੰ ਕਹਿੰਦੇ 1.5 ਟੀਚਰ ਮੰਗਦੇ, 30 ਬੱਚਿਆਂ ਪਿੱਛੇ 1.5 ਟੀਚਰ ਸਾਨੂੰ ਕਹਿੰਦੇ ਨੇ। ਜਦੋਂ ਸਾਨੂੰ ਅਫੀਲੀਏਸ਼ਨ ਦਿੰਦੇ ਨੇ ਬੜੇ ਨੋਰਮਸ ਉਹਨਾਂ ਦੇ ਹੁੰਦੇ, ਬੜੀਆਂ ਫਾਰਮੈਲਿਟੀਜ਼ ਪੂਰੀਆਂ ਕਰਾਉਂਦੇ ਨੇ, ਪਰ ਸਰਕਾਰਾਂ ਨੇ ਕਾਨੂੰਨ ਬਣਾਏ ਤਾਂ ਹੋਏ ਨੇ, ਬਣੇ ਹੈਗੇ ਨੇ, ਪਰ ਇੰਪਲੀਮੈਂਟ ਆਪਣੇ ਤੇ ਲਾਗੂ ਨਹੀਂ ਕਰਦੇ। ਤਾਂ ਇਸੇ ਕਰਕੇ ਜਿਹੜਾ ਐਜੂਕੇਸ਼ਨ ਦਾ ਸ਼ੁਰੂ ਕੀਤਾ ਸੀ ਕੰਮ, ਗੁਰੂ ਰਵਿਦਾਸ ਜੀ ਮਹਾਰਾਜ ਨੇ ਵੀ ਕਿਹਾ ਸੀ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵਨਾ ਦਰਸੇ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵੀ ਪਹਿਲਾ ਸਲੋਗਨ ਸੀ ਐਜੂਕੇਟ ऑर्गेनाइज ਤੇ ਐਜੂਟੇਟ। ਤਾਂ ऑर्गेनाइज ਐਜੂਕੇਸ਼ਨ ਤੋਂ ਬਿਨਾਂ ਤੁਸੀਂ ਹੋ ਹੀ ਨਹੀਂ ਸਕਦੇ, ਤੁਸੀਂ ਸੰਗਠਿਤ ਹੋ ਹੀ ਨਹੀਂ ਸਕਦੇ, ਕਿਉਂਕਿ ਜਦੋਂ ਤੱਕ ਤੁਹਾਡੇ ਵਿੱਚ ਇੱਕ ਇਨਸਾਨੀ ਜਿਹੜੀਆਂ ਵੈਲਿਊਜ਼ ਹੈਗੀਆਂ ਇਨਸਾਨ ਉਹ ਨਹੀਂ ਹੁੰਦੀਆਂ ਤਦ ਤੱਕ ਤੁਸੀਂ ਇਕੱਠੇ ਨਹੀਂ ਹੋ ਸਕਦੇ। ਇਨਸਾਨ ਦੀ ਵੈਲਿਊ ਸਮਝੇਗਾ ਤਾਂ ਹੀ ਇਕੱਠੇ ਹੋ ਕੇ ਰਲ ਕੇ ਚੱਲਣਗੇ। ਤਾਂ ਇਹ ਸੋਚ ਨੂੰ ਲੈ ਕੇ SGRD ਪਬਲਿਕ ਸਕੂਲ ਚੂੜਵਾਲੀ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਕ ਸੁਸਾਇਟੀ ਦੇ ਮਹਾਂਪੁਰਸ਼ਾਂ ਵੱਲੋਂ ਇਹ ਚਲਾਇਆ ਗਿਆ, ਜਿਹਦੇ 'ਚ ਮੈਨੂੰ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਕਿ ਡੇ ਫਸਟ ਤੋਂ ਉਸ ਮੈਂ ਨਾਲ ਜੁੜੀ ਹੋਈ ਹਾਂ। ਬਿਲਡਿੰਗ ਮੇਰੇ ਵੱਲੋਂ ਡਿਜ਼ਾਈਨ ਕੀਤੀ ਗਈ ਹੈ, 99 'ਚ ਇਸ ਦਾ ਡਿਜ਼ਾਈਨ ਸ਼ੁਰੂ ਕੀਤਾ ਸੀਗਾ। ਤਾਂ 2000 ਇਨੈਗਰੇਸ਼ਨ ਦੇ 2 ਸਾਲ 'ਚ ਇਹ ਬਿਲਡਿੰਗ ਮੈਂ ਬਣਾ ਕੇ ਤਿਆਰ ਕਰਵਾ ਕੇ ਦਿੱਤੀ ਬਾਬਾ ਜੀ ਨੂੰ। ਇਸੇ ਤਰ੍ਹਾਂ ਸਕੂਲ ਦਾ ਵੀ ਬਹੁਤ ਵੱਡਾ ਪ੍ਰੋਜੈਕਟ ਹੈ। ਹੁਣ ਉਹ +2 CBSE ਹੋ ਗਿਆ ਔਰ ਗਰੀਬ ਬੱਚੇ CBSE ਪੜ੍ਹ ਰਹੇ ਨੇ। ਬੜੀ ਅੱਛੀ ਅੱਜ ਸਾਡਾ ਸਟਾਫ ਆਇਆ ਸੀ, ਪ੍ਰਿੰਸੀਪਲ ਜੀ ਆਏ ਸੀ ਡਾਕਟਰ ਹਰਦੀਪ ਸਿੰਘ ਜੀ ਤੇ PhD ਨੇ ਜਿਹੜੇ ਸਾਡੇ ਪ੍ਰਿੰਸੀਪਲ ਨੇ, ਬੜੇ ਡਾਊਨ ਟੂ ਅਰਥ ਨੇ ਔਰ ਟੀਚਰਸ ਵੀ ਬਹੁਤ ਅੱਛੇ ਨੇ ਔਰ ਬੱਚੇ ਵੀ ਬੜੇ ਇੰਜੋਏ ਕਰਦੇ ਨੇ। ਤਾਂ ਮੈਂ ਸਮਝੀ ਜਿਹੜਾ ਵੱਡਾ ਕੁੰਭ ਲਾਇਆ ਹੋਇਆ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਕਿਤੇ ਨਾ ਕਿਤੇ ਨਹੀਂ ਹੋ ਰਹੇ ਤਾਂ ਮਹਾਂਪੁਰਖ ਕਰ ਰਹੇ ਨੇ, ਤਾਂ ਬੜੀ ਖੁਸ਼ੀ ਹੈ। ਜਿੱਦਾਂ ਕਿ ਦੇਖਿਆ ਜਾ ਰਿਹਾ ਕਿ ਇੱਕ ਆਲੀਸ਼ਾਨ ਜੇ ਗੱਲ ਕਰੀਏ ਤਾਂ ਹਸਪੀਟਲ ਬਣਿਆ ਹੋਇਆ ਔਰ ਸਕੂਲ ਵੀ ਇਸੇ ਤਰੀਕੇ ਆ, ਕਿ ਅੱਗੇ ਕੁਝ ਨਵਾਂ ਕਰਨ ਦਾ ਕੁਝ? ਦੇਖੋ ਅਸੀਂ ਬਾਬਾ ਜੀ ਨਾਲ ਸਾਡੀਆਂ ਮੀਟਿੰਗ ਚੱਲ ਰਹੀਆਂ ਕਿ ਬਹੁਤ ਜਲਦੀ ਇਸ ਏਰੀਏ ਨੂੰ ਅਸੀਂ ਇੱਕ ਸਕੂਲ ਦੇਵਾਂਗੇ ਜੀ। ਜਿਹੜਾ ਸਾਡਾ ਏਰੀਆ ਕਰਤਾਰਪੁਰ ਦਾ ਏਰੀਆ ਨਾ, ਅਸੀਂ ਆਦਮਪੁਰ ਦੇ ਏਰੀਏ 'ਚ ਇਹ ਸਕੂਲ ਚਲਾ ਰਹੇ ਹਾਂ ਔਰ ਅਸੀਂ ਆਪਣਾ ਸੰਤ ਪ੍ਰੀਤਮ ਦਾਸ ਜੀ ਮਾਰੇ ਨਾਂ ਤੇ ਇਸ ਏਰੀਏ ਨੂੰ ਬਹੁਤ ਜਲਦੀ ਸਕੂਲ ਦੇਣ ਜਾ ਰਹੇ ਹਾਂ। ਡਿਸਕਸ਼ਨ ਸਾਡੀ ਹੋ ਰਹੀ ਆ ਤੇ ਜੇ ਵਾਹਿਗੁਰੂ ਦੀ ਕਿਰਪਾ ਹੋਈ, ਬਾਬਾ ਜੀ ਦੀ ਕਿਰਪਾ ਹੋਈ, ਸੰਤ ਪ੍ਰੀਤਮ ਦਾ ਮਾਰੇ ਆਸ਼ੀਰਵਾਦ ਹੋਇਆ ਤਾਂ ਬਾਬਾ ਜੀ ਨਿਰਮਲ ਦਾਸ ਜੀ ਮਹਾਰਾਜ ਅਸੀਂ ਜਲਦੀ ਤੋਂ ਜਲਦੀ ਸਕੂਲ ਬਣਾ ਕੇ ਬਹੁਤ ਜਲਦੀ ਤੁਹਾਨੂੰ ਅਸੀਂ ਹੋ ਸਕਦਾ ਨਿਊ ਸੈਸ਼ਨ ਸ਼ੁਰੂ ਕਰ ਦਈਏ ਜੀ। ਇੱਕ ਮੈਡਮ ਬਹੁਤ ਅਹਿਮ ਸਵਾਲ ਆ, ਕਿਤੇ ਨਾ ਕਿਤੇ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਡੇਰਾਵਾਦ ਬਹੁਤ ਜ਼ਿਆਦਾ ਹੋ ਰਿਹਾ ਔਰ ਡੇਰੇ ਇਹ ਵੀ ਇੱਕ ਡੇਰੇ ਵੱਲੋਂ ਉਪਰਾਲੇ ਕੀਤੇ ਜਾ ਰਹੇ, ਕੀ ਕਹਿਣਾ ਚਾਹੁੰਦੇ ਇਹੋ ਜਿਹੇ ਲੋਕਾਂ ਨੂੰ? ਦੇਖੋ ਡੇਰੇ ਜਿਹੜੇ ਬਣੇ ਸੀ ਨਾ ਇਹ ਆਪਣੇ ਗਰੀਬ ਲੋਕਾਂ ਦੇ ਲਈ ਬਣੇ ਸੀ, ਕਿਉਂਕਿ ਜਿਹੜੇ ਜਾਤ ਅਭਿਮਾਨੀ ਲੋਕ ਸੀ ਉਹਨਾਂ ਦੇ ਵਿੱਚ ਆਪਣੇ ਲੋਕਾਂ ਨੂੰ ਜਿਹੜੇ ਗਰੀਬ ਗੁਰਬੇ ਲੋਕੀ ਕਿਰਤੀ ਕੰਮੇ ਮਜ਼ਦੂਰ ਸੀ ਜਿਨ੍ਹਾਂ ਨੂੰ ਸੋ ਕਾਲਡ ਸ਼ੈਡਿਊਲ ਕਾਸਟ ਕਹਿੰਦੇ ਨੇ, ਉਹਨਾਂ ਦੀ ਐਂਟਰੀ ਨਹੀਂ ਸੀ ਹੁੰਦੀ, ਨੋ ਐਂਟਰੀ, ਮੰਦਰਾਂ 'ਚ ਐਂਟਰੀ ਨਹੀਂ ਸੀ, ਗੁਰਦੁਆਰਿਆਂ 'ਚ ਐਂਟਰੀ ਨਹੀਂ ਸੀ। ਤਾਂ ਫਿਰ ਮਹਾਂਪੁਰਖਾਂ ਨੇ ਜਿਹੜੇ ਪ੍ਰਾਚੀਨ ਮਹਾਂਪੁਰਖ ਹੋਏ ਗਰੀਬੀ ਨਾਲ ਜੁੜੇ ਹੋਏ ਸੀ, ਉਹਨਾਂ ਮਹਾਂਪੁਰਖਾਂ ਨੇ ਆਪਣੇ ਲੋਕਾਂ ਦੀ ਸ਼ਰਨ ਵਾਸਤੇ ਇਹ ਡੇਰੇ ਬਣਾਏ ਵੀ ਜਿਹੜਾ ਗਰੀਬ ਬੰਦਾ ਆ ਕਿਤੇ ਉਹਨੂੰ ਕੋਈ ਪ੍ਰੋਬਲਮ ਆਉਂਦੀ, ਰਹਿਣ ਦੀ ਪ੍ਰੋਬਲਮ ਆਉਂਦੀ, ਇੱਕ ਡੇਰੇ 'ਚ ਰਹਿ ਸਕਦਾ ਆ ਤੇ ਰੋਟੀ ਪਾਣੀ ਦਾ ਲੰਗਰ 24 ਘੰਟੇ ਡੇਰਿਆਂ 'ਚ ਹੀ ਚੱਲਦਾ ਆ। ਇਹ ਡੇਰਿਆਂ ਦਾ ਮਤਲਬ ਇਹ ਸੀ ਕਿ ਇਹ ਸਾਡੇ ਲੋਕਾਂ ਗਰੀਬ ਲੋਕਾਂ ਵਾਸਤੇ ਡੇਰੇ ਬਣੇ ਸੀ ਤੇ ਗਰੀਬ ਲੋਕ ਸੰਤਾਂ ਨੇ ਹੀ ਡੇਰੇ ਬਣਾਏ। ਉਹਨਾਂ ਨੂੰ ਤੁਸੀਂ ਜਿੰਨੇ ਇਤਿਹਾਸ ਪੜ੍ਹੋਗੇ ਨਾ ਔਰ ਬਹੁਤ ਗਰੀਬ ਸੰਤ ਹੋਣਗੇ ਔਰ ਜਿਨ੍ਹਾਂ ਨੇ ਡੇਰੇ ਸ਼ੁਰੂ ਕੀਤੇ, ਉਹਨਾਂ ਨੇ ਇੱਕ ਕਮਰਾ ਝੁੱਗੀਆਂ ਝੌਂਪੜੀਆਂ 'ਚ ਉਹਨਾਂ ਨੇ ਆਪਣੇ ਡੇਰੇ ਸ਼ੁਰੂ ਕੀਤੇ। ਅੱਜ ਬਹੁਤ ਮਾਲਕ ਦੀ ਕਿਰਪਾ ਆ ਕਿਉਂਕਿ NRI ਵੀਰ ਜੁੜ ਗਏ ਨੇ ਇਹਨਾਂ ਦੀਆਂ ਸੇਵਾਵਾਂ ਦੇਖ ਕੇ, ਤਾਂ NRI ਵੀਰ ਇਹਨਾਂ ਨੂੰ ਆਪਣੀ ਦਸਵੰਧ ਭੇਜਦੇ ਨੇ ਗਰੀਬਾਂ ਦੀ ਸੇਵਾ ਵਾਸਤੇ। ਤਾਂ ਅੱਜ ਤੁਸੀਂ ਦੇਖ ਹੀ ਰਹੇ ਹੋ ਕਿਤੇ ਨਾ ਕਿਤੇ ਕੋਈ ਗਲਤ ਹੋ ਵੀ ਸਕਦਾ, ਇੱਕ ਅੱਧਾ ਬੰਦਾ ਗਲਤ, ਇੱਕ ਦੇ ਨਾਲ ਇਹ ਨਹੀਂ ਕਿ ਘਰ ਦੇ ਹੁਣ ਜੇ ਪੰਜ ਉਂਗਲਾਂ ਸਾਡੀਆਂ ਇੱਕੋ ਜਿਹੀ ਤਾਂ ਹੈ ਨਹੀਂ ਹੈ ਨਾ, ਇੱਕ ਵੱਡੀ ਛੋਟੀ ਸਭ ਕੁਝ ਫਰਕ ਆ। ਇਸ ਤਰ੍ਹਾਂ ਜੇ 100 ਦੇ ਵਿੱਚ ਕੋਈ ਇਹੋ ਜਿਹਾ ਤਾਂ ਉਹਨਾਂ ਸਾਰੇ ਨਹੀਂ ਗਲਤ ਹੋ ਜਾਂਦੇ। ਤਾਂ ਡੇਰਿਆਂ ਕਰਕੇ ਹੀ ਸਾਡਾ ਸਮਾਜ ਦੀ ਅੱਜ ਪਹਿਚਾਣ ਬਣੀ ਹੋਈ ਆ। ਅੱਜ ਸਾਡੇ ਨਿਸ਼ਾਨ ਸਾਹਿਬ ਦਾ ਮਤਲਬ ਇਹੀ ਹੁੰਦਾ ਸੀ ਵੀ ਨਿਸ਼ਾਨ ਸਾਹਿਬ ਦੇਖ ਕੇ ਲੋਕੀ ਉੱਥੇ ਆ ਜਾਣ, ਸੰਗਤ ਆ ਜਾਵੇ, ਹਾਂਜੀ ਨਿਸ਼ਾਨ ਲੱਗਾ ਆ ਤੇ ਉਹ ਇਹ ਵਾਕਈ ਕੋਈ ਗੁਰੂ ਘਰ ਹੈ, ਇੱਥੇ ਜਾ ਕੇ ਅਸੀਂ ਸਾਨੂੰ ਲੰਗਰ ਮਿਲ ਜਾਏਗਾ ਜਾਂ ਸਾਨੂੰ ਰਹਿਣ ਨੂੰ ਪਨਾਹ ਮਿਲ ਜਾਏਗੀ। ਹਾਂਜੀ। ਸੋ ਮੈਡਮ ਲਾਈਵ ਇੰਟਰਵਿਊ ਚੱਲ ਰਿਹਾ ਤੁਹਾਡੇ ਨਾਲ, ਲਾਈਵ ਗੱਲਬਾਤ ਚੱਲ ਰਹੀ, ਜੋ ਦਰਸ਼ਕ ਇਸ ਚੈਨਲ ਨੂੰ ਦੇਖਦੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਮੈਂ ਫੈਨ ਅੰਬੇਡਕਰ TV ਦੇ ਮਾਧਿਅਮ ਤੋਂ, ਚੈਨਲ ਦੇ ਮਾਧਿਅਮ ਤੋਂ ਔਰ ਇੱਕੋ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਆਓ ਆਪਾਂ ਸਾਰੇ ਰਲ ਕੇ ਇਹ ਜੋ ਦਸ਼ਾ ਔਰ ਦਿਸ਼ਾ ਵਿਗੜੀ ਹੋਈ ਹੈ ਆਪਾਂ ਇਹਨੂੰ ਸੁਧਾਰੀਏ। ਹਰ ਬੰਦਾ ਆਪਣਾ ਦਸਵੰਧ ਕੱਢ ਕੇ ਸੰਸਥਾ ਜਿਹੜੀਆਂ ਚਲਾ ਰਹੀ ਅੱਛੇ ਕੰਮ ਕਰੀ ਉਹਨਾਂ ਨਾਲ ਜੁੜੀਏ ਔਰ ਗਰੀਬਾਂ ਦੀ ਮਦਦ ਕਰੀਏ। ਜਿੱਥੇ ਕਿਸੇ ਨੂੰ ਹੈਲਥ ਦੀ ਪ੍ਰੋਬਲਮ ਆ, ਕਿਸੇ ਨੂੰ ਐਜੂਕੇਸ਼ਨ ਦੀ ਲੋੜ ਆ, ਕਿਸੇ ਤਰ੍ਹਾਂ ਦੀ ਵੀ ਗਰੀਬ ਸਮਾਜ ਨੂੰ ਲੋੜ ਆ, ਆਓ ਆਪਾਂ ਇੱਕ ਕਦਮ ਆਪਾਂ ਮਾਨਵਤਾ ਦੀ ਸੇਵਾ ਵੱਲ ਵਧਾਈਏ। ਤਾਂ ਮੇਰੀ ਇੱਕੋ ਅਪੀਲ ਹੈ ਕਿਉਂਕਿ ਸਰਕਾਰਾਂ ਦੀਆਂ ਤਾਂ ਪਾਲਿਸੀਜ਼ ਜਿਹੜੀਆਂ ਤੁਸੀਂ ਸਾਰੇ ਜਾਣੂ ਹੋ, ਤਾਂ ਆਪਾਂ ਹੀ ਰਲ ਕੇ ਸਾਰੀ ਆਪਣੀ ਗਰੀਬੀ ਚੁੱਕਣੀ ਹੈ। ਤਾਂ ਗੁਰੂ ਰਵਿਦਾਸ ਜੀ ਮਹਾਰਾਜ ਨੇ ਵੀ ਆਪਣੇ ਪਰਮਪਿਤਾ ਪਰਮਾਤਮਾ ਨੇ ਗੱਲ ਕੀਤੀ, ਅਸੀਂ ਵੀ ਡੋਰੀ ਉਸ ਪਰਮਪਿਤਾ ਪਰਮਾਤਮਾ ਨੇ ਰੱਖੀ ਆ, ਤਾਂ ਸਾਡੀ ਗਰੀਬਾਂ ਦੀ ਕਦੇ ਨਾ ਕਦੇ ਆਵਾਜ਼ ਸੁਣੇਗਾ। ਤਾਂ ਆਓ ਆਪਾਂ ਸਾਰੇ ਰਲ ਕੇ ਆਪਾਂ ਇੱਕ ਮਾਨਵਤਾ ਦੀ ਭਲਾਈ ਵੱਲ ਇੱਕ ਕਦਮ ਵਧਾਈਏ ਜੀ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਨਾਲ ਨਾਰੀ ਸ਼ਕਤੀ ਫਾਊਂਡੇਸ਼ਨ ਦੇ ਪ੍ਰਧਾਨ ਮੈਡਮ ਸੰਤੋਸ਼ ਜੀ, ਔਰ ਜਿਨ੍ਹਾਂ ਨੇ ਕਿ ਇਸ ਡੇਰੇ ਦੇ ਵਿੱਚ ਇੱਕ ਜੇ ਗੱਲ ਕਰੀਏ ਤਾਂ ਬਹੁਤ ਸਹਿਯੋਗ ਇਹਨਾਂ ਦਾ ਆ, ਕਿਉਂਕਿ ਇਹ ਖੁਦ ਆਰਕੀਟੈਕਟ ਨੇ, ਔਰ ਇਹ ਜੋ ਹਸਪੀਟਲ ਔਰ ਜੋ ਇਸ ਡੇਰੇ ਦੇ ਵੱਲੋਂ ਜੋ ਸੰਤ ਸਮਾਜ ਦੇ ਨਾਲ ਮਿਲ ਕੇ ਜੋ ਸਕੂਲ ਵੀ ਚਲਾਇਆ ਜਾ ਰਿਹਾ, ਉਹ ਵੀ ਇਹਨਾਂ ਦਾ ਡਿਜ਼ਾਈਨ ਕੀਤਾ ਹੋਇਆ ਔਰ ਇਹਨਾਂ ਦੇ ਹੱਥੀਂ ਬਣਿਆ ਹੋਇਆ। ਸੋ ਬਿਲਕੁਲ ਨਾਲ ਸਮਾਜ ਦੇ ਲਈ ਤਤਪਰ ਰਹਿੰਦੇ ਨੇ 24 ਘੰਟੇ। ਔਰ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਨੂੰ ਇੱਕ ਨਵਾਂ ਹੋਰ ਸਕੂਲ ਦੇਣ ਦੀ ਜੋ ਇਹਨਾਂ ਦੀ ਪਲੈਨਿੰਗ ਆ। ਸੋ ਇਸ ਦੇ ਲਈ ਅਸੀਂ ਆਪਣੇ ਚੈਨਲ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਾਂ ਹੀ ਦੇ ਰਹੇ ਹਾਂ। ਔਰ ਇਸੇ ਤਰ੍ਹਾਂ ਤੁਸੀਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਦਿਓ ਇਜਾਜ਼ਤ, ਧੰਨਵਾਦ।